हेलो स्टूडेंट्स, वेलकम टू हिस्ट्री क्लास। ਅੱਜ ਅਸੀਂ ਨਵਾਂ ਕੁਐਸਚਨ ਸ਼ੁਰੂ ਕਰਾਂਗੇ। ਸਾਡਾ ਅੱਜ ਦਾ ਕੁਐਸਚਨ ਹੈ ਉਦਯੋਗਿਕ ਕ੍ਰਾਂਤੀ ਦਾ ਅਰਥ ਦੱਸਦੇ ਹੋਏ ਇਸ ਦੇ ਇੰਗਲੈਂਡ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਹੋਣ ਦੇ ਕਾਰਨਾਂ ਦੀ ਚਰਚਾ ਕਰੋ। ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਉਦਯੋਗਿਕ ਕ੍ਰਾਂਤੀ ਦਾ ਅਰਥ 18ਵੀਂ ਅਤੇ 19ਵੀਂ ਸਦੀ ਵਿੱਚ ਯੂਰਪ ਮਹਾਦੀਪ ਨੇ ਉਦਯੋਗਿਕ ਖੇਤਰ ਵਿੱਚ ਅਸਾਧਾਰਨ ਉન્નਤੀ ਕੀਤੀ। ਇਸ ਦੇ ਸਿੱਟੇ ਵਜੋਂ ਇੰਗਲੈਂਡ ਅਤੇ ਕੁਝ ਯੂਰਪੀਅਨ ਦੇਸ਼ਾਂ ਵਿੱਚ ਵੱਡੇ ਵੱਡੇ ਕਾਰਖਾਨੇ ਸਥਾਪਿਤ ਹੋਏ ਅਤੇ ਵਸਤੂਆਂ ਦਾ ਉਤਪਾਦਨ ਵਧਿਆ। ਹੁਣ ਬਹੁਤ ਜਿਹੇ ਕੰਮ ਜੋ ਪਹਿਲਾਂ ਹੱਥਾਂ ਨਾਲ ਹੁੰਦੇ ਸਨ ਮਸ਼ੀਨਾਂ ਦੁਆਰਾ ਹੋਣ ਲੱਗੇ। ਉਦਯੋਗ ਧੰਦਿਆਂ ਦੇ ਖੇਤਰ ਵਿੱਚ ਮਨੁੱਖੀ ਸ਼ਕਤੀ ਦਾ ਸਥਾਨ ਹੁਣ ਵਿਦਿਅਕ ਸ਼ਕਤੀ ਨੇ ਲੈ ਲਿਆ। ਵਪਾਰ ਵਾਣਿਜ ਦੇ ਲਈ ਨਵੀਂ ਮੰਡੀਆਂ ਸਥਾਪਿਤ ਹੋਈਆਂ ਅਤੇ ਭਿੰਨ ਨਵੇਂ ਸਾਧਨ ਵੀ ਪ੍ਰਚਲਿਤ ਹੋਏ। ਬੈਂਕ ਵਿਵਸਥਾ ਦਾ ਵਿਕਾਸ ਹੋਇਆ ਜਿਸ ਦੇ ਕਾਰਨ ਉਦਯੋਗਪਤੀਆਂ ਨੂੰ ਉન્નਤੀ ਦਾ ਮੌਕਾ ਮਿਲਿਆ। ਉਦਯੋਗਿਕ ਰਾਸ਼ਟਰਾਂ ਦੀ ਪੂੰਜੀ ਵਿੱਚ ਵਾਧਾ ਹੋਇਆ ਅਤੇ ਉਹ ਸ਼ਕਤੀਸ਼ਾਲੀ ਬਣਦੇ ਗਏ। ਪਿੰਡਾਂ ਵਿੱਚ ਰਹਿਣ ਵਾਲੇ ਲੋਕ ਭਾਰੀ ਸੰਖਿਆ ਵਿੱਚ ਉਦਯੋਗਿਕ ਕੇਂਦਰਾਂ ਦੇ ਨੇੜੇ ਆ ਕੇ ਵਸੇ ਜਿਹਦੇ ਕਾਰਨ ਵੱਡੇ ਵੱਡੇ ਨਗਰ ਹੋਂਦ ਵਿੱਚ ਆਏ। ਇਹਨਾਂ ਜ਼ਬਰਦਸਤ ਪਰਿਵਰਤਨਾਂ ਨੂੰ ਜਾਂ ਬਦਲਾਵਾਂ ਨੂੰ ਇਤਿਹਾਸਕਾਰਾਂ ਨੇ ਉਦਯੋਗਿਕ ਕ੍ਰਾਂਤੀ ਦਾ ਨਾਂ ਦਿੱਤਾ ਹੈ। ਇਸ ਦੇ ਨਾਲ ਹੀ ਅਸੀਂ ਇਸ ਦੀ ਉਤਪਤੀ ਦੀ ਗੱਲ ਵੀ ਕਰਾਂਗੇ। 19ਵੀਂ ਸਦੀ ਦੀ ਸ਼ੁਰੂਆਤ ਵਿੱਚ ਫਰਾਂਸ ਦੇ ਅਰਥ ਸ਼ਾਸਤਰੀ ਬਲੌਂਕੀ ਨੇ ਇਹ ਅਨੁਭਵ ਕੀਤਾ ਕਿ ਇੰਗਲੈਂਡ ਦੇ ਆਰਥਿਕ ਖੇਤਰ ਵਿੱਚ ਹੋਣ ਵਾਲੇ ਬਦਲਾਵ ਉਸੇ ਤਰ੍ਹਾਂ ਹੀ ਕ੍ਰਾਂਤੀਕਾਰੀ ਹਨ ਜਿਸ ਤਰ੍ਹਾਂ ਫਰਾਂਸ ਵਿੱਚ ਹੋਏ ਰਾਜਨੀਤਿਕ ਬਦਲਾਵ ਕ੍ਰਾਂਤੀਕਾਰੀ ਸਨ ਅਤੇ ਉਸਨੇ 1837 ਈਸਵੀ ਵਿੱਚ ਇਹਨਾਂ ਆਰਥਿਕ ਬਦਲਾਵਾਂ ਨੂੰ ਉਦਯੋਗਿਕ ਕ੍ਰਾਂਤੀ ਦਾ ਨਾਂ ਦਿੱਤਾ। ਅਰਨੋਲਡ ਟਾਇਨਬੀ ਜਿਹੋ ਜਿਹੇ ਪ੍ਰਸਿੱਧ ਇਤਿਹਾਸਕਾਰ ਉਦਯੋਗਿਕ ਕ੍ਰਾਂਤੀ ਦਾ ਸਮਾਂ 1750 ਈਸਵੀ ਤੋਂ 1850 ਈਸਵੀ ਤੱਕ ਨਿਸ਼ਚਿਤ ਕਰਦੇ ਹਨ, ਪਰੰਤੂ ਆਧੁਨਿਕ ਇਤਿਹਾਸਕਾਰ ਇਹਨਾਂ ਦੋਵਾਂ ਵਿਚਾਰਾਂ ਤੋਂ ਸਹਿਮਤ ਨਹੀਂ ਹਨ। ਉਹਨਾਂ ਦੇ ਅਨੁਸਾਰ ਉਦਯੋਗਿਕ ਕ੍ਰਾਂਤੀ ਇੱਕ ਅਜਿਹੀ ਲੰਬੀ ਪ੍ਰਕਿਰਿਆ ਹੈ ਜਿਸ ਦੇ ਸ਼ੁਰੂਆਤ ਅਤੇ ਅੰਤ ਦਾ ਸਮਾਂ ਨਿਸ਼ਚਿਤ ਕਰਨਾ ਸੰਭਵ ਨਹੀਂ ਹੈ। ਕੁਝ ਦੀ ਰਾਏ ਵਿੱਚ ਤਾਂ ਉਦਯੋਗਿਕ ਕ੍ਰਾਂਤੀ ਅੱਜ ਵੀ ਸਮਾਪਤ ਨਹੀਂ ਹੋਈ ਹੈ ਬਲਕਿ ਉਹ ਨਿਰੰਤਰ ਚੱਲ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਉਦਯੋਗਿਕ ਕ੍ਰਾਂਤੀ ਦੇ ਸੰਬੰਧ ਵਿੱਚ ਮਿਤੀ ਨਿਸ਼ਚਿਤ ਕਰਨਾ ਸੰਭਵ ਨਹੀਂ ਹੈ ਕਿਉਂਕਿ ਪਹਿਲਾਂ ਤਾਂ ਇਸ ਲਈ ਕਿ ਉਦਯੋਗਿਕ ਕ੍ਰਾਂਤੀ ਰਾਜਨੀਤਿਕ ਕ੍ਰਾਂਤੀ ਦੀ ਤਰ੍ਹਾਂ ਇੱਕ ਅਚਾਨਕ ਹੋਣ ਵਾਲੀ ਘਟਨਾ ਨਹੀਂ ਸੀ। ਦੂਜਾ, ਆਰਥਿਕ ਪਰਿਵਰਤਨ ਕਿਸੇ ਦੇਸ਼ ਦੀ ਰੂਪਰੇਖਾ ਨੂੰ ਇੱਕ ਦਿਨ, ਇੱਕ ਸਪਤਾਹ ਜਾਂ ਇੱਕ ਮਹੀਨੇ ਵਿੱਚ ਨਹੀਂ ਬਦਲ ਸਕਦੇ। ਉਹਨਾਂ ਦਾ ਪ੍ਰਭਾਵ ਇੱਕ ਉਦਯੋਗ ਤੋਂ ਦੂਜੇ ਉਦਯੋਗ 'ਤੇ ਅਤੇ ਇੱਕ ਖੇਤਰ ਤੋਂ ਦੂਜੇ ਖੇਤਰ 'ਤੇ ਹੌਲੀ ਹੌਲੀ ਹੁੰਦਾ ਹੈ। ਤੀਜਾ, ਅਸੀਂ ਅੱਜ ਵੀ ਵਿਸ਼ਵਾਸ ਦੇ ਨਾਲ ਨਹੀਂ ਕਹਿ ਸਕਦੇ ਕਿ ਨਵੀਂ ਉਦਯੋਗਿਕ ਵਿਵਸਥਾ ਨੇ ਪੁਰਾਣੀ ਉਦਯੋਗਿਕ ਵਿਵਸਥਾ ਦਾ ਸਥਾਨ ਕਦੋਂ ਲਿੱਤਾ। ਰੋਚਕ ਜਾਂ ਮਜ਼ੇਦਾਰ ਗੱਲ ਇਹ ਹੈ ਕਿ ਇਹਨਾਂ ਵਿਰੋਧੀ ਤਰਕਾਂ ਦੇ ਬਾਵਜੂਦ ਵੀ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਆਰਥਿਕ ਪਰਿਵਰਤਨ ਦੇ ਲਈ ਕ੍ਰਾਂਤੀ ਸ਼ਬਦ ਦਾ ਪ੍ਰਯੋਗ ਕਰਨਾ ਹੀ ਉਚਿਤ ਮੰਨਿਆ ਹੈ। ਇਹ ਸੀ
ਉਦਯੋਗਿਕ ਕ੍ਰਾਂਤੀ ਦਾ ਅਰਥ ਅਤੇ ਉਤਪੱਤੀ। ਹੁਣ ਅਸੀਂ ਸ਼ੁਰੂ ਕਰਾਂਗੇ ਇੰਗਲੈਂਡ ਵਿੱਚ ਸ਼ੁਰੂ ਹੋਣ ਦੇ ਇਸ ਦੇ ਕਾਰਨ। ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ 1750 ਈਸਵੀ ਦੇ ਲਗਭਗ ਇੰਗਲੈਂਡ ਵਿੱਚ ਹੋਈ। ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਦੇ ਸ਼ੁਰੂ ਹੋਣ ਦੇ ਕੀ ਕਾਰਨ ਸਨ? ਨਿਸ਼ਚਿਤ ਹੀ ਇਹ ਇੱਕ ਰੋਚਕ ਪ੍ਰਸ਼ਨ ਹੈ। ਕੁਝ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਇੰਗਲੈਂਡ ਵਿੱਚ ਲੋਹੇ ਅਤੇ ਕੋਇਲੇ ਦੇ ਖਣਿਜ ਭੰਡਾਰ ਸਨ ਅਤੇ ਉਸ ਦੀ ਜਲਵਾਯੂ ਨਮ ਸੀ। ਇਸ ਲਈ ਇੰਗਲੈਂਡ ਨੂੰ ਉਦਯੋਗਿਕ ਖੇਤਰ ਵਿੱਚ ਹੋਰ ਦੇਸ਼ਾਂ ਤੋਂ ਪਹਿਲਾਂ ਸ਼ੁਰੂਆਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਪਰੰਤੂ ਆਧੁਨਿਕ ਇਤਿਹਾਸਕਾਰ ਇਸ ਵਿਚਾਰ ਤੋਂ ਸਹਿਮਤ ਨਹੀਂ ਹਨ। ਉਹਨਾਂ ਦਾ ਕਹਿਣਾ ਹੈ ਕਿ ਇੰਗਲੈਂਡ ਹੀ ਯੂਰਪ ਦਾ ਅਜਿਹਾ ਦੇਸ਼ ਨਹੀਂ ਸੀ ਜਿਸ ਦੀ ਜਲਵਾਯੂ ਨਮ ਸੀ। ਕਈ ਹੋਰ ਦੇਸ਼ਾਂ ਦੀ ਜਲਵਾਯੂ ਵੀ ਨਮ ਸੀ। ਇਸੇ ਤਰ੍ਹਾਂ ਕੇਵਲ ਇੰਗਲੈਂਡ ਵਿੱਚ ਹੀ ਕੋਇਲੇ ਅਤੇ ਲੋਹੇ ਦੇ ਵਿਸ਼ਾਲ ਭੰਡਾਰ ਨਹੀਂ ਸਨ। ਕ੍ਰਾਂਤੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਬੈਲਜੀਅਮ ਅਤੇ ਜਰਮਨੀ ਵਿੱਚ ਹਜ਼ਾਰਾਂ ਟਨ ਕੋਇਲਾ ਖਾਣਾਂ ਤੋਂ ਕੱਢਿਆ ਜਾਂਦਾ ਸੀ, ਲੇਕਿਨ ਇਹਨਾਂ ਅਨੁਕੂਲ ਪ੍ਰਸਥਿਤੀਆਂ ਦੇ ਬਾਵਜੂਦ ਵੀ ਇਹ ਦੇਸ਼ ਉਦਯੋਗਿਕ ਖੇਤਰ ਵਿੱਚ ਆਗੂ ਨਾ ਬਣ ਸਕੇ। ਸੱਚਾਈ ਤਾਂ ਇਹ ਹੈ ਕਿ ਉਦਯੋਗਿਕ ਕ੍ਰਾਂਤੀ ਦੇ ਪ੍ਰਾਰੰਭ ਅਤੇ ਵਿਕਾਸ ਦੇ ਲਈ ਕੁਝ ਪ੍ਰਸਥਿਤੀਆਂ ਜ਼ਿੰਮੇਦਾਰ ਸਨ ਜੋ ਸੁਭਾਗ ਨਾਲ 18ਵੀਂ ਸਦੀ ਵਿੱਚ ਕੇਵਲ ਇੰਗਲੈਂਡ ਵਿੱਚ ਹੀ ਮੌਜੂਦ ਸਨ। ਇਸ ਲਈ ਇੰਗਲੈਂਡ ਨੂੰ ਉਦਯੋਗਿਕ ਖੇਤਰ ਵਿੱਚ ਸਭ ਤੋਂ ਪਹਿਲਾਂ ਕਦਮ ਚੁੱਕਣ ਦਾ ਮੌਕਾ ਮਿਲਿਆ। ਇਹਨਾਂ ਅਨੁਕੂਲ ਪ੍ਰਸਥਿਤੀਆਂ ਵਿੱਚੋਂ ਪਹਿਲੀ ਹੈ ਪੂੰਜੀ ਦੀ ਅਧਿਕਤਾ। 18ਵੀਂ ਸ਼ਤਾਬਦੀ ਵਿੱਚ ਇੰਗਲੈਂਡ ਦੇ ਕੋਲ ਬਾਹਰੀ ਉਦਯੋਗ ਧੰਦਿਆਂ ਦੇ ਲਈ ਜਿੰਨੀ ਪੂੰਜੀ ਸੀ ਉਹ ਉਸ ਸਮੇਂ ਯੂਰਪ ਦੇ ਕਿਸੇ ਹੋਰ ਦੇਸ਼ ਦੇ ਕੋਲ ਨਹੀਂ ਸੀ। ਇਸ ਦਾ ਪਹਿਲਾ ਕਾਰਨ ਇਹ ਸੀ ਕਿ ਉਸ ਸਮੇਂ ਇੰਗਲੈਂਡ ਦਾ ਵਿਦੇਸ਼ੀ ਵਪਾਰ ਬਹੁਤ ਚੰਗੀ ਅਵਸਥਾ ਵਿੱਚ ਸੀ। ਸਪੇਨ ਅਤੇ ਹਾਲੈਂਡ ਨੂੰ ਉਸਨੇ ਵਪਾਰਿਕ ਖੇਤਰ ਵਿੱਚ ਮਾਤ ਕਰ ਦਿੱਤਾ ਸੀ। ਫਰਾਂਸ ਵੀ ਇੰਗਲੈਂਡ ਦਾ ਵਪਾਰਿਕ ਖੇਤਰ ਵਿੱਚ ਮੁਕਾਬਲਾ ਨਹੀਂ ਕਰ ਸਕਦਾ ਸੀ ਅਤੇ ਇੰਗਲੈਂਡ ਨੂੰ ਉਦਯੋਗਿਕ ਖੇਤਰ ਵਿੱਚ ਲਾਉਣ ਦੇ ਲਈ ਬਹੁਤ ਧਨ ਵਿਦੇਸ਼ੀ ਵਪਾਰ ਦੁਆਰਾ ਆ ਰਿਹਾ ਸੀ। ਇੰਗਲੈਂਡ ਦੇ ਕੁਝ ਧਨੀ ਭੂਮੀਪਤੀਆਂ ਅਤੇ ਵਪਾਰੀਆਂ ਨੇ ਵੀ ਧਨ ਕਮਾਉਣ ਦੀ ਲਾਲਚ ਵਿੱਚ ਉਦਯੋਗਿਕ ਖੇਤਰ ਵਿੱਚ ਪੂੰਜੀ ਦਾ ਨਿਵੇਸ਼ ਕੀਤਾ। ਧਨ ਦੀ ਇਸ ਅਧਿਕਤਾ ਨੇ ਇੰਗਲੈਂਡ ਨੂੰ ਆਗੂ ਬਣਨ ਦਾ ਮੌਕਾ ਪ੍ਰਦਾਨ ਕੀਤਾ। ਦੂਜਾ ਪੁਆਇੰਟ ਹੈ ਵਿਕਸਿਤ ਬੈਂਕ ਵਿਵਸਥਾ। ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਵਿੱਚ ਕਾਰਖਾਨੇ ਲਾਉਣ ਅਤੇ ਮਸ਼ੀਨਾਂ ਖਰੀਦਣ ਦੇ ਲਈ ਉਦਯੋਗਪਤੀਆਂ ਨੂੰ ਧਨ ਦੀ ਲੋੜ ਸੀ। ਉਦਯੋਗਪਤੀਆਂ ਨੂੰ ਕਾਰਖਾਨੇ ਸਥਾਪਿਤ ਕਰਨ ਦੇ ਲਈ ਤਾਂ ਲੰਬੇ ਸਮੇਂ ਦੇ ਲਈ ਕਰਜ਼ ਦੀ आवश्यकता ਸੀ, ਜਦਕਿ ਉਹਨਾਂ ਨੂੰ ਚਲਾਉਣ ਦੇ ਲਈ ਘੱਟ ਸਮੇਂ ਦੇ ਕਰਜ਼ਿਆਂ ਦੀ ਲੋੜ ਸੀ। ਵਿਸ਼ੇਸ਼ ਤੌਰ 'ਤੇ ਇਸ ਲਈ ਕਿ ਉਹਨਾਂ ਨੂੰ ਕੱਚੇ ਮਾਲ ਨੂੰ ਖਰੀਦਣਾ ਹੁੰਦਾ ਸੀ, ਮਜ਼ਦੂਰਾਂ ਨੂੰ ਮਜ਼ਦੂਰੀ ਦੇਣੀ ਹੁੰਦੀ ਸੀ ਅਤੇ ਬਿਜਲੀ ਆਦਿ ਦਾ ਬਿੱਲ ਸਮੇਂ 'ਤੇ ਭੁਗਤਾਨ ਕਰਨਾ ਹੁੰਦਾ ਸੀ। ਇੰਗਲੈਂਡ ਨੂੰ ਬੈਂਕ ਪ੍ਰਣਾਲੀ ਦੇ ਵਿਕਸਿਤ ਹੋਣ ਨਾਲ ਉਦਯੋਗਪਤੀਆਂ ਨੂੰ ਦੋਨੋਂ ਤਰ੍ਹਾਂ ਦੀਆਂ ਸੁਵਿਧਾਵਾਂ ਮਿਲਦੀਆਂ ਰਹੀਆਂ। ਪੇਂਡੂ ਬੈਂਕਾਂ ਦੀ ਸਥਾਪਨਾ ਨਾਲ ਸਥਿਤੀ ਹੋਰ ਚੰਗੀ ਹੋਈ ਕਿਉਂਕਿ ਦੇਸ਼ ਦਾ ਕਾਫੀ ਧਨ ਇੱਕ ਭਾਗ ਤੋਂ ਦੂਜੇ ਭਾਗ ਵਿੱਚ ਜਾਣਾ ਸੰਭਵ ਹੋ ਗਿਆ। ਬੈਂਕਾਂ ਤੋਂ ਇਲਾਵਾ ਕਈ ਪ੍ਰਾਈਵੇਟ ਕੰਪਨੀਆਂ ਨੇ ਵੀ ਉਦਯੋਗਪਤੀਆਂ ਨੂੰ ਕਰਜ਼ਾ ਦੇ ਕੇ ਸਹਾਇਤਾ ਕੀਤੀ। ਇਸ ਲਈ ਇੰਗਲੈਂਡ ਨੂੰ ਉਦਯੋਗਿਕ ਖੇਤਰ ਵਿੱਚ ਆਗੂ ਬਣਨ ਦਾ ਮੌਕਾ ਮਿਲਿਆ। ਇਹ ਸੀ ਸਟੂਡੈਂਟਸ ਅੱਜ ਦੀ ਕਲਾਸ ਵਿੱਚ ਉਦਯੋਗਿਕ ਕ੍ਰਾਂਤੀ ਦਾ ਅਰਥ ਅਤੇ ਉਸ ਨੂੰ ਸ਼ੁਰੂ ਕਰਨ ਦੇ ਕਾਰਨ। ਅਗਲੀ ਕਲਾਸ ਵਿੱਚ ਇਹਨਾਂ ਕਾਰਨਾਂ ਨੂੰ ਅੱਗੇ ਜਾਰੀ ਰੱਖਾਂਗੇ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।